ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਫਰੀਦਾਬਾਦ ਦੇ ਵਿੱਚ ਇੱਕ ਕੁੜੀ ਦੇ ਕੀਤੇ ਗਏ ਕਤਲ ਦੇ ਮਾਮਲੇ ਦੀ। ਇਹ ਮਾਮਲਾ ਹੁਣ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ। ਕਾਲਜ ਦੇ ਬਾਹਰ ਕੁੜੀ ਦਾ ਸ਼ਰੇਆਮ ਇਹਨਾਂ ਮੁਲਜ਼ਮਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ। ਪਹਿਲਾਂ ਕੁੜੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਾਕਾਮ ਹੋਣ ਤੇ ਸ਼ਰੇਆਮ ਕੁੜੀ ਨੂੰ ਗੋਲੀਆਂ ਮਾਰੀਆਂ ਗਈਆਂ। ਮਾਮਲੇ ਦੇ ਵਿੱਚ 2 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦਾ 5 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ। ਉੱਥੇ ਲਗਾਤਾਰ ਇਹ ਮਾਮਲਾ ਗਰਮਾਉਂਦਾ ਜਾ ਰਿਹਾ। ਲਗਾਤਾਰ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ। ਐਕਸਕਲੂਸਿਵ ਤਸਵੀਰਾਂ ਵੇਖ ਸਕਦੇ ਹੋ। ਪ੍ਰਦਰਸ਼ਨਕਾਰੀਆਂ ਦੀ ਤੇ ਪੁਲਿਸ ਦੇ ਨਾਲ ਝੜਪ ਹੋਈ ਹੈ। ਪ੍ਰਦਰਸ਼ਨਕਾਰੀ ਦੇ ਵਿੱਚ ਪੀੜਤ ਪਰਿਵਾਰ ਵੀ ਹੈ, ਉਸਦੇ ਰਿਸ਼ਤੇਦਾਰ ਵੀ ਨੇ ਤੇ ਸਥਾਨਕ ਲੋਕ ਵੀ ਨੇ, ਜਿਹੜੇ ਕਿ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਉਹਨਾਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਇਨਸਾਫ ਦੀ ਮੰਗ ਨੂੰ ਲੈ ਕੇ, ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਫਰੀਦਾਬਾਦ ਦੀਆਂ। ਦਰਅਸਲ ਫਰੀਦਾਬਾਦ ਦੇ ਵਿੱਚ ਇੱਕ ਕੁੜੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਲਜ ਦੇ ਬਾਹਰ ਹੀ ਕੁੜੀ ਦਾ ਕਤਲ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦਾ 5 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ। ਪਰ ਇਸ ਪੂਰੀ ਵਾਰਦਾਤ ਨੇ, ਘਿਨੌਣੀ ਵਾਰਦਾਤ ਨੇ ਸੁਰੱਖਿਆ ਵਿਵਸਥਾ ਨੂੰ ਲੈ ਕੇ, ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ। ਤੇ ਇਨਸਾਫ ਦੀ ਮੰਗ ਨੂੰ ਲੈ ਕੇ ਹੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀਗਾ। ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ। ਝੜਪ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਵਿਖਾ ਰਹੇ ਹਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਸੋ ਲਗਾਤਾਰ ਇਹ ਕਤਲ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਦਰਿੰਦੇ ਜਿਹੜੇ ਮੁਲਜ਼ਮ ਸੀਗੇ ਉਹ ਤਸਵੀਰਾਂ ਦੇ ਵਿੱਚ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਏ ਸਨ ਕਿ ਕਿਵੇਂ ਉਹਨਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਇੱਕ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਉਸ ਵਕਤ ਦੀਆਂ ਇਹ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਇਸ ਕਤਲ ਦੀ ਵਾਰਦਾਤ ਨੂੰ ਮੁਲਜ਼ਮਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਠੀਕ ਕਾਲਜ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ, ਜਿੱਥੇ ਕਿ ਇਹਨਾਂ ਦਰਿੰਦਿਆਂ ਵੱਲੋਂ ਮੁਲਜ਼ਮਾਂ ਦੇ ਵੱਲੋਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਦੇ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਵੀ ਹੋਈ ਹੈ। ਤੁਹਾਨੂੰ 2 ਅਲੱਗ-ਅਲੱਗ ਤਸਵੀਰਾਂ ਵਿਖਾ ਰਹੇ ਹਾਂ। ਪਹਿਲੀ ਤਸਵੀਰ ਸਾਫ਼ ਤੌਰ ਤੇ ਵੇਖ ਸਕਦੇ ਹੋ, ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਦੂਜੀ ਤਸਵੀਰਾਂ 'ਚ ਵਿਖਾ ਰਹੇ ਹਾਂ ਕਿ ਕਿਵੇਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ। ਇਸੇ ਖਬਰ ਦੀ ਜ਼ਿਆਦਾ ਜਾਣਕਾਰੀ ਲਈ ਫਰੀਦਾਬਾਦ ਤੋਂ ਮੇਰੇ ਸਹਿਯੋਗੀ ਦੀਪਕ ਕੁਮਾਰ ਜੁੜੇ ਹੋਏ ਨੇ। ਜੀ ਦੀਪਕ, ਜਿਵੇਂ ਕਿ ਅਸੀਂ ਝੜਪ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ, ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ, ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਕਿਹੋ ਜਿਹੀ ਸਥਿਤੀ ਹੈ, ਕੀ ਅਪਡੇਟ ਹੈ? ਪੁਲਿਸ ਦੇ ਵੱਲੋਂ ਪੂਰਾ ਕੰਟਰੋਲ ਕਰ ਲਿਆ ਗਿਆ? इसी खबर से हो ज्यादा जानकारी मेरे सहयोगी राज ठाकुर जुड़े हुए ने। जी राज, लगातार ये मामला गरमाउंदा जा रहा है, तस्वीरां अपने आप दे विच बयान कर रही ने कि किन्नी घिनौणी वारदात है। सवाल खड़े हो रहे ने कानून व्यवस्था नूं लैके कि आखिरकार कानून व्यवस्था कित्थे गई, पुलिस कित्थे गई, इस घिनौणी वारदात नूं अंजाम दिता जांदा। लगातार हुण पीड़तां दे वल्लों इंसाफ दी मंग की जा रही है। इस दे बारे होर विस्तार दे नाल असीं गलबात करांगे मेरे सहयोगी राज दे नाल। तुसीं तस्वीरां अपने आप दे विच वेख सकदे हो। 2 अलग-अलग तस्वीरां असीं तुहानूं विखा रहे हैं कि किवें इस कतल दी वारदात नूं अंजाम दिता जांदा मुलਜ਼ਮਾਂ ਵੱਲੋਂ। उस तो बाद गड्डी दे विच बैठ के ये मुलਜ਼ਮ फरार हो जांदे ने। उस तो बाद दूजियां तस्वीरां असीं तुहानूं विखा रहे हैं कि किवें प्रदर्शनकारियां दी पुलिस दे नाल झड़प हुंदी है। उस झड़प दीयां तस्वीरां भी असीं तुहानूं विखा रहे हैं। मेरे सहयोगी राज ठाकुर जुड़े हुए ने। जी राज, जिवें कि तस्वीरां खुद बयान कर रही ने कि किन्नी घिनौणी वारदात नूं अंजाम दे के मुलਜ਼ਮ फरार हो जाते हैं। हालांकि दोवां नूं गिरफ्तार भी कर लिया गया, पर प्रदर्शनकारी लगातार इंसाफ की मंग कर रहे हैं। यह मामला लगातार गरमाउंदा जा रहा। हुण तक दी पूरी अपडेट की है इस घटना नूं लैके? देखिए, मामला कल का है और लाजमी तौर पर जब ऐसा मामला सामने आता है तो हो हल्ला भी होता है, और ऐसे मामले सामने आने के बाद ये सवाल जरूर उठता है कि लॉ एंड ऑर्डर की सिचुएशन प्रदेश में क्या है। बहरहाल अब अगर हम बात करते हैं गृह मंत्री की, तो इस पूरे के पूरे मामले पर गृह मंत्री की तरफ से बयान भी सामने आया और उनकी तरफ से कहा गया कि हमने 12 घंटे के अंदर ही दोनों आरोपियों को गिरफ्तार कर लिया। कुल मिलाकर जो स्थिति है वो दोनों आरोपियों को गिरफ्तार किया जा चुका है। पीड़ित परिवार को पूरी सुरक्षा दी जाएगी, ये बात भी कही गई है। लेकिन अब हम देख रहे हैं हो हल्ला हो रहा है, सड़कों पर लोग उतर आए हैं, प्रदर्शन कर रहे हैं, और अक्सर इस तरह की चीजें देखने को मिलती है क्योंकि लोगों में भी गुस्सा पनपता है और हर किसी को अपने आप से जोड़ते हुए लोग देखते हैं
कि अगर हमारे साथ ऐसा होगा तो क्या होगा। साथ साथ इसमें बड़ी बात यह भी कि धर्म से जोड़कर भी इस पूरी की पूरी खबर को, इस पूरे मामले को जोड़ा गया। और जो लड़की के मामा थे उनकी तरफ से कहा गया कि लड़की को एक विशेष धर्म अपनाने के लिए कहा जा रहा था। तो बहुत से सवाल इस पूरे के पूरे मामले पर, और शायद इसीलिए सवाल उठ रहे हैं। लेकिन सरकार की तरफ से अगर आप बात करेंगे, पुलिस की तरफ से आप बात करेंगे, तो यही कहा जा रहा है कि हम जल्द से जल्द कार्रवाई कर रहे हैं। और इस मामले को अगर आप देखेंगे भी तो दोनों आरोपियों को गिरफ्तार किया जा चुका है और पुलिस ने दोनों को 5 दिन के पुलिस रिमांड पर ले भी लिया है। पीड़ित परिवार पूरे तरीके से दुख में है, शोक में है। और ऐसे पूरे के पूरे मामले को अगर आप बैकग्राउंड में जाएंगे तो 2 साल पहले यहाँ पर देखा गया था कि मामले में 2018 में परिजनों ने एक एफिडेविट दिया था और ये कहा था कि अपहरण नहीं हुआ है, क्योंकि पहले से लेकर ये मामला था, मामला अभी का नहीं था। और कहीं ना कहीं जो लड़का था, आरोपी था, वो लड़की का पीछा करता था। लेकिन उसके बावजूद इस मामले को क्यों पूरे तरीके से उठाया नहीं गया। परिजनों की तरफ से एक और जरूरी बात यह कि कहा गया था कि हमने मामला जो है वो निपटाया था, लेकिन उसके बावजूद भी ये मामला किसी निष्कर्ष पर नहीं पहुंच पाया, ये साफ तौर पर देखा जा सकता है। और अब जो एक लड़की है उसकी जान यहाँ पर गई। यहाँ पर सवाल जो सबसे अहम खड़ा होता है वो ये होता है कि सिक्योरिटी, सेफ्टी प्रदेश में कितनी है। और जब ऐसे मामले कोई गाड़ी से निकलता है और सीधे गोली मार देता है तो फिर ये सवाल ध्यान में जरूर आता है कि हमारी बहु बेटियां बहनें कितनी सुरक्षित। जी बिल्कुल बिल्कुल ठीक है राजे, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋਣੇ ਸੁਭਾਵਿਕ ਨੇ ਕਿ ਮਹਿਲਾਵਾਂ ਕਿੰਨੀਆਂ ਕੁ ਸੁਰੱਖਿਆ ਨੇ, ਸੁਰੱਖਿਅਤ ਨੇ, ਕਾਨੂੰਨ ਵਿਵਸਥਾ ਦਾ ਕੀ ਹਾਲ ਹੈ, ਆਪਣੇ ਆਪ ਦੇ ਵਿੱਚ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਹਾਲਾਂਕਿ ਸਰਕਾਰ ਦਾ ਇਹ ਤਰਕ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਠੀਕ ਹੈ, ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਅੱਗੇ ਤੋਂ ਅਜਿਹੀਆਂ ਖੌਫਨਾਕ ਵਾਰਦਾਤਾਂ, ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਦੀ ਵੀ ਪੁਲਿਸ ਪ੍ਰਸ਼ਾਸਨ ਨੂੰ, ਸਰਕਾਰ ਨੂੰ ਭਰੋਸਾ ਦੇਣਾ ਪਵੇਗਾ, ਆਮ ਜਨਤਾ ਨੂੰ। ਕਿਉਂਕਿ ਅਜਿਹੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਤੇ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੁੰਦਾ ਹੈ। फरीदाबाद में जो 2 आरोपी थे, दोनों आरोपियों को गिरफ्तार कर लिया गया है और पुलिस ने पूरी तत्परता के साथ काम किया है। 24 घंटे से पहले दोनों आरोपियों को गिरफ्तार कर लिया गया। सर, फोन पे बात कर रहे थे, क्या सुरक्षा परिवार को दी गई है? बिल्कुल, परिवार को पूरी सुरक्षा दी जाएगी और मैं दावे के साथ कहना चाहता हूँ कि मैं किसी की दबंगई चलने नहीं दूंगा हरियाणा में। अगर वो दबंगई करने की कोशिश करेगा तो हम उसको किसी भी हालत में बर्दाश्त नहीं करेंगे। जिस तरह से महिलाओं पर दिन प्रतिदिन ये अपराध बढ़ रहे हैं, उसको कैसे रोकेगा? नहीं, पूरी तरह से मेरी पुलिस तैयार है और ये तैयारी का ही नतीजा है कि इतनी जल्दी। निश्चित तौर पर जो मांग उन्होंने की है उस पर विचार किया जाएगा और उनकी मांग पर मैं कहता हूँ पूरी गंभीरता से विचार कर अगर SIT से वो मांग कर रहे हैं, इसकी जांच की मांग कर रहे हैं, तो निश्चित तौर पर सरकार को कोई दिक्कत नहीं होगी SIT से उसकी जांच कराने। कानून व्यवस्था को लेकर लगातार सवाल उठाए जा रहे हैं फरीदाबाद में। देखिए, मैं ये दावे के साथ कह सकता हूँ, मनोहर लाल जी के नेतृत्व में पिछले 6 साल पूरा हरियाणा में कानून का राज है। कानून से किसी को खिलवाड़ करने की, चाहे कितने भी बड़े से बड़ा व्यक्ति हो, उसको कोई इजाज़त नहीं है। जो भी कानून को अपने हाथ में लेगा उसको सख्ती से उससे पेश आया जाएगा और उसके साथ सख्त कार्रवाई की। लड़की मुस्लिम बनने के लिए दबाव दे रहा था लड़की पे, बार बार मुस्लिम बन जा। जब मुस्लिम बनने से मना कर दिया, 3 साल पहले उसने वारदात करी, हमने पंच फैसला कर लिया था उसमें अपने आप। उसके बाद अब ये मामला खत्म था, ये लड़का फिर लड़की को फोन किया, उसने फोन करके बोली सीधी क्या नाम है, मुसलमान बन जा हम शादी कर देंगे, मुसलमान बन जा हम शादी कर लेंगे। उसने लड़की ने मना कर दिया तो अपहरण की कोशिश कर दी और अपहरण की कोशिश में नाकाम रहने पर गोली मार कर हत्या। 4 बजे के आसपास का मामला है, अग्रवाल कॉलेज बल्लभगढ़ में है। वहाँ से BCom की एक छात्रा है, सुश्री, अब तो स्वर्गीय निकिता तोमर जी हैं, तो वो अपना परीक्षा दे के बाहर निकल रही थी तो 2 युवक कार पर आए, उन्हें कार में डालने की कोशिश करी, अपहरण करने की कोशिश की। उन्होंने विरोध किया उसका, इतने में उनको गोली मार दी गई। तो तफ्तीश के दौरान जो मारने वाले युवक हैं, एक तौसीफ है जो सोना गुड़गांव का रहने वाला है, दूसरा रेहान है जो कि नूह का रहने वाला है। तो तौसीफ की रात में गिरफ्तारी कर ली गई थी। रेहान की तलाश में दबिश मारी जा रही है और हम जल्दी ही दोनों दोषियों को गिरफ्तार करके उनको अदालत से कड़ी सजा दिलाएंगे।
इस खबर ਤੇ ਹੋਰ ਜ਼ਿਆਦਾ ਜਾਣਕਾਰੀ ਲਈ ਅਪਡੇਟ ਦੇ ਲਈ ਮੇਰੇ ਸਹਿਯੋਗੀ ਦੀਪਕ ਜੁੜੇ ਹੋਏ ਨੇ। ਜੀ ਦੀਪਕ, ਜਿਵੇਂ ਕਿ ਸਰਕਾਰ ਆਪਣਾ ਤਰਕ ਦੇ ਰਹੀ ਹੈ ਕਿ ਕਾਨੂੰਨ ਵਿਵਸਥਾ ਬਿਲਕੁਲ ਠੀਕ ਠਾਕ ਹੈ, ਨਾਲ ਹੀ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਨੂੰ ਜਲਦ ਇਨਸਾਫ ਦਿੱਤਾ ਜਾਵੇਗਾ, ਭਰੋਸਾ ਦਿੱਤਾ ਗਿਆ ਹੈ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਵੱਲੋਂ ਵੀ। ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜਾ ਪੀੜਤ ਪਰਿਵਾਰ ਹੈ, ਲੋਕਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਿਵੇਂ ਕਿ ਪੁਲਿਸ ਦੇ ਨਾਲ ਝੜਪੀ ਆਈ। ਫਿਲਹਾਲ ਕਿਹੋ ਜੀ ਸਥਿਤੀ ਹੈ ਪੂਰੇ ਮਾਮਲੇ ਨੂੰ ਲੈ ਕੇ, ਹੁਣ तक की अपडेट है सारा? देखिए, अगर मैं यहाँ फरीदाबाद की बात करूं तो इस समय जो लोग हैं वो उतर आए हैं सड़कों पर, और इस समय जो बल्लभगढ़ में जो लोग, बल्लभगढ़ के नेशनल हाईवे है यहाँ पर इसको जाम करने की कोशिश कर रहे हैं लोग, यहाँ पर उतर कर आ गए हैं। जो लोग पहले सोना बल्लभगढ़ रोड पर थे वो लोग अब बल्लभगढ़ की सड़कों पर उतर आए हैं, नेशनल हाईवे को जाम करने की कोशिश चल रही है। वहीं अगर दूसरी तरफ मैं बात करूं तो फरीदाबाद का बीके चौक है, यहाँ पर भी जो लोग हैं वो पहुंच चुके हैं, और यहाँ पूरी तरह से इन लोगों ने जाम लगा रखा है। लोगों का गुस्सा इस बात को लेकर है कि जिस तरह से ये हत्या हुई है, जिस तरह नहर से हत्या की गई है, तो लोग ये कह रहे हैं कि लड़कियां आखिर सुरक्षित कहाँ हैं। अगर इस तरीके से हत्या होगी, इस तरह से कोई भी आएगा और लड़कियों को गोली मारकर चला जाएगा, तो लड़कियां सुरक्षित कहाँ रहेंगी। और इसी बात को लेकर इन लोगों का गुस्सा है, और इसी गुस्से में ये पूरी तरह से सड़कों पर उतरे हुए हैं। कोशिश इस बात की कर रहे हैं कि पूरी तरह से प्रशासन तक इनकी बात पहुंचे। हालांकि इसमें जो है वो ये है कि इसमें 2 आरोपियों को पुलिस गिरफ्तार कर चुकी है। पूरे मामले में केवल 2 आरोपी थे। एक आरोपी को 5 घंटे बाद, मामले के 5 घंटे बाद पुलिस ने गिरफ्तार कर लिया, तो वहीं दूसरे आरोपी को भी गिरफ्तार कर लिया गया है। तो इस पूरे मामले में पुलिस की तरफ से कार्यवाही जो की गई है वो ये कि दोनों आरोपी गिरफ्तार किए जा चुके हैं, लेकिन लोगों का गुस्सा इस बात को लेकर है कि जिस तरह से सरेआम ये गोली मारकर हत्या की गई, कानून व्यवस्था को लेकर कहीं ना कहीं लोग नाराज हैं। और पुलिस की तरफ से दावा ये कि चूंकि दोनों आरोपी गिरफ्तार कर लिए गए हैं, अब दोनों को कोर्ट में पेश कर रिमांड पर देने की कोशिश की जाएगी, और फिर इस पूरे मामले का खुलासा इसमें हो पाएगा कि आखिर ऐसी स्थिति कहाँ आई जहां इसको गोली मारकर हत्या करनी पड़ी। ठीक है दीपक कुमार, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਕਿ ਮੇਰੇ ਸਹਿਯੋਗੀ ਦੀਪਕ ਜਾਣਕਾਰੀ ਦੇ ਰਹੇ ਸਨ ਕਿ ਜਿਵੇਂ ਕਿ ਸਰਕਾਰ ਦਾ ਦਾਅਵਾ ਹੈ, ਪੁਲਿਸ ਦਾ ਦਾਅਵਾ ਹੈ ਕਿ ਚਾਹੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਜਿਹੜੇ ਲੋਕ ਹੈ ਉਹ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ, ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ, ਇਨਸਾਫ ਦੀ ਮੰਗ ਕਰ ਰਹੇ ਨੇ, ਤੇ ਨਾਲ ਹੀ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀਆਂ। ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਜਦੋਂ ਇਹਨਾਂ ਮੁਲਜ਼ਮਾਂ ਦੇ ਵੱਲੋਂ, ਇਹਨਾਂ ਦਰਿੰਦਿਆਂ ਦੇ ਵੱਲੋਂ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ 'ਚ ਗੱਡੀ ਤੇ ਸਵਾਰ ਹੋ ਕੇ ਮੁਲਜ਼ਮ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਬਾਅਦ 'ਚ ਇਹਨਾਂ 2 ਲੋਕਾਂ ਨੂੰ, 2 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। रुख करते अगली वड्डी खबर दा। अगली खबर बठिंडा तो है, जिथे कि जमीन हेठों आटे दियां सैकड़े बोरियां मिलियां ने। सरकारी अनाज होने का खदशा जताया जा रहा है। कोरोना काल के दौरान ये अनाज वंडिया जाना सी, पर मिट्टी के विच ही हुण गरीबां दा अनाज खत्म हो रहा है। अधिकारी सरकारी राशन होने तो हालांकि इनकार कर रहे हैं। इस तो पहला फाजिलका दे विच भी विभाग की प्रशासन की वड्डी अणगेली लापरवाही सामने आई सी, जिस तो बाद न्यूज़ 18 ਦੇ लगातार प्रमुखता के नाल खबर विखाई गई सी, जिस दे बाद प्रशासन की नींद खुली सी, जांच के आदेश दिए गए सन। ते हुण कुछ अजिहा ही मामला बठिंडा तो भी सामने आया, जिथे कि जमीन हेठों सैकड़े बोरियां, आटे दियां सैकड़े बोरियां मिलियां ने। सरकारी अनाज होने का एक खदशा जताया जा रहा है। वो अनाज जिहड़ा कि लोड़वंदां तक पहुंचना सीगा, गरीब लोकां तक पहुंचना सीगा, वो हुण मिट्टी दे विच ही खत्म होया है। सरकारी अनाज होने का एक खदशा जताया जा रहा है। हालांकि अधिकारी जिहड़े ने वो सरकारी राशन होने तो फिलहाल इनकार कर रहे हैं। हालांकि पूरा जांच का विषय, जिस तो बाद कई तरह के तथ्य सामने निकल के आउणगे, पर फिलहाल सरकारी अनाज होने का खदशा जताया जा रहा है। बठिंडा दे विच जमीन के हेठों आटे दियां सैकड़े बोरियां मिलियां ने। जॉगर पार्क ਦੇ ਵਿੱਚੋਂ ਜ਼ਮੀਨ ਦੇ ਵਿੱਚ ਸੈਂਕੜੇ ਬੋਰੀਆਂ ਆਟੇ ਦੀਆਂ ਮਿਲੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗਰੀਬ ਦੇ ਪੇਟ ਦੇ ਜਾਣ ਵਾਲਾ ਆਟਾ ਵਿਅਰਥ ਜਾ ਰਿਹਾ। ਹਾਲਾਂਕਿ ਤਰਕੇ ਦਿੱਤੇ ਜਾ ਰਹੇ ਨੇ ਕਿ ਇਹ ਆਟਾ ਕਰੋਨਾ ਦੇ ਸਮੇਂ ਗਰੀਬਾਂ ਤੱਕ ਵੰਡਣਾ ਸੀ, ਪਰ ਮੌਕੇ ਤੇ ਪਹੁੰਚਾਇਆ ਨਹੀਂ ਗਿਆ। ਪਰ ਤਰਕੇ ਵੀ ਹੈ ਕਿ ਆਟਾ ਕੋਈ ਸਰਕਾਰੀ ਰਾਸ਼ਨ ਨਹੀਂ ਹੈ, ਇਹ ਉਹਨਾਂ ਮੁਲਾਜ਼ਮਾਂ ਵੱਲੋਂ ਇਕੱਠਾ ਕੀਤਾ ਗਿਆ ਸੀ ਜੋ ਨਗਰ ਨਿਗਮ ਦੇ ਵਿੱਚ ਲੱਗੇ ਹੋਏ ਨੇ, ਤੇ ਇਹ ਆਟਾ ਗਰੀਬਾਂ ਤੱਕ ਜਾਣਾ ਸੀਗਾ, ਪਰ ਕਿਤੇ ਨਾ ਕਿਤੇ ਜਾ ਕੇ ਮੌਕੇ ਤੇ ਵੰਡਿਆ ਨਹੀਂ ਗਿਆ। ਤੁਸੀਂ ਵੇਖ ਸਕਦੇ ਹੋ ਕਿ ਜੀਸੀਬੀ ਦੇ ਨਾਲ ਇਸ ਨੂੰ जगह की पटाई की गई सी, ते उस तो बाद इसका पता लगे कि आखिरकार इत्थे आटे के काफ़ी बोरे या काफ़ी पैकेट है जिहड़े इकट्ठे सीगे। हालांकि उस चीज़ नूं दोबारा तो पूर्ति की जा रही है, उस खड्डे नूं बंद कर रहे हैं अधिकारी। की कहते हैं एक्सी ने अपने नाल ने, आपां गलबात करते हैं। एक्सी साहब, ये आटा जमीन चों किवें आ गया, किस चीज़ का आटा हैगा, पूरी जानकारी दिओ। ਇਹ ਜਦੋਂ ਕਰਫਿਊ ਲੱਗਿਆ ਸੀ ਕਰੋਨਾ ਦੌਰਾਨ ਜੀ, ਉਸ ਸਮੇਂ ਸਰਕਾਰੀ ਸਹਾਇਤਾ ਵੀ ਬਹੁਤ ਲੋਕਾਂ ਨੂੰ ਆਈ ਸੀਗੀ, ਸੰਸਥਾਵਾਂ ਵੱਲੋਂ ਵੀ ਕੀਤੀ ਗਈ ਸੀ ਸਹਾਇਤਾ, ਪਰ ਜਿਹੜੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ, ਜਿਹਦੇ ਵਿੱਚ ਕਲਾਸ 4 ਤੋਂ ਲੱਗ ਕੇ ਕਲਾਸ 1 ਤੱਕ ਸਾਰੇ ਮੁਲਾਜ਼ਮਾਂ ਨੇ ਆਪਦੇ ਵੱਲੋਂ ਦਾਨ ਦੇ ਤੌਰ ਤੇ ਆਟਾ ਇਕੱਠਾ ਕੀਤਾ ਸੀ। ਤੇ
ਪਰ ਇਹ ਕਹਿ ਰਹੇ ਨੇ ਕਿ ਸਰਕਾਰੀ ਰਾਸ਼ਨ ਸੀਗਾ, ਕੁਝ ਲੋਕ ਕਹਿ ਰਹੇ ਕਿ ਵੰਡਿਆ ਨਹੀਂ ਗਿਆ ਮੌਕੇ ਤੇ, ਤੁਸੀਂ ਉਸ ਗਲਤੀ ਨੂੰ ਛੁਪਾ ਰਹੇ ਹੋ। ਨਹੀਂ, ਕਾਰਪੋਰੇਸ਼ਨ ਨੂੰ ਕੋਈ ਸਰਕਾਰੀ ਰਾਸ਼ਨ ਨਹੀਂ ਆਇਆ ਜੀ। ਸਰਕਾਰੀ ਰਾਸ਼ਨ ਹੈ ਜਿਹੜਾ ਉਹ ਫੂਡ ਸਪਲਾਈ ਡਿਪਾਰਟਮੈਂਟ ਵੰਡਦਾ ਹੈ, ਕਾਰਪੋਰੇਸ਼ਨ ਨਹੀਂ ਵੰਡਦੀ, ਜਾਂ ਇਹ ਰਾਸ਼ਨ ਡਿਪੂ ਵਾਲੇ ਵੰਡਦੇ ਆ। ਕਾਰਪੋਰੇਸ਼ਨ ਨੂੰ ਕੋਈ ਸਰਕਾਰੀ ਰਾਸ਼ਨ ਨਹੀਂ ਆਇਆ, ਅਸੀਂ ਆਪਦੇ ਵੱਲੋਂ ਇਕੱਠਾ ਕੀਤਾ ਸੀ। ਪਰ ਉਹ ਇੱਕਦਮ ਜਦੋਂ ਕਰਫਿਊ ਖੁੱਲ ਗਿਆ, ਕਰਫਿਊ ਖੁੱਲਣ ਨਾਲ ਲੋਕ ਆਪੋ ਆਪਣੇ ਕੰਮਾਂ ਧੰਦਿਆਂ ਤੇ ਲੱਗ ਗਏ। ਕਾਰਪੋਰੇਸ਼ਨ ਦੇ ਮੁਲਾਜ਼ਮ ਵੀ, ਅਸੀਂ ਜਿਹੜੇ ਲੋਕਾਂ ਦੇ ਪਾਰਕ ਸੀਗੇ ਤੇ ਸੜਕਾਂ ਦੇ ਉੱਤੇ ਦਰਖਤ ਲੱਗੇ ਸੀ, ਸਾਫ਼ ਸਫਾਈ ਦਾ ਕੰਮ, ਪਾਰਕਾਂ ਦੇ ਵਿੱਚ ਇੰਨਾ ਵੱਡਾ ਘਾਹ ਹੋ ਗਿਆ ਸੀ, ਪੱਤੇ ਖਿੰਡੇ ਪਏ ਸੀ। ਲੋਕਾਂ ਦੀ ਸਾਨੂੰ ਐਡਵਾਂਸ ਡਿਮਾਂਡ ਆਈ ਕਿ ਅਸੀਂ ਅੰਦਰ ਰਹਿ ਕੇ ਕਰੋਨਾ ਦੌਰਾਨ ਥੱਕ ਗਏ ਤੇ ਫਟਾਫਟ ਪਾਰਕ ਠੀਕ ਕਰਕੇ ਸਾਫ਼ ਕਰਕੇ ਦਿਓ ਤਾਂ ਕਿ ਸਾਡੇ ਬੱਚੇ ਇੱਥੇ ਖੇਡ ਸਕਣ। ਅਸੀਂ ਉਧਰ ਕੰਮ 'ਚ ਰੁੱਝ ਗਏ। ਬਾਕੀ ਕੁਛ ਇਹ ਵੀ ਸੀਗਾ, ਉਦੋਂ ਕਿਆਸ ਰਾਈਆਂ ਸੀਗੀਆਂ ਕਿ ਸ਼ਾਇਦ ਕਰਫਿਊ ਦੁਬਾਰਾ ਲੱਗੇ, ਇਸ ਕਰਕੇ ਇਹ ਆਟਾ ਵੰਡਿਆ ਨਹੀਂ ਜਾ ਸਕਿਆ। ਇਹ ਆਟਾ ਸਾਡਾ ਆਪਦਾ ਸੀ, ਸਾਡੇ ਮੁਲਾਜ਼ਮਾਂ ਦਾ। ਹਾਲਾਂਕਿ ਤੁਸੀਂ ਹਾਲਾਂਕਿ ਲੋਕ ਸੇਵਾ ਕਰ ਰਹੇ ਸੀ, ਆਪਦੀ ਜੇਬ ਦੇ ਵਿੱਚ ਤੁਸੀਂ ਆਟਾ ਇਕੱਠਾ ਕੀਤਾ, ਪਰ ਲੱਗਦਾ ਨਹੀਂ ਲਾਪਰਵਾਹੀ ਕੀਤੀ ਰਹੀ ਹੈ ਜੇ ਸਮੇਂ ਸਿਰ ਵੰਡਿਆ ਜਾਂਦਾ ਜਾਂ ਪਸ਼ੂਆਂ ਤੱਕ ਹੀ ਜਾ ਵੜਦਾ ਇਹ। ਨਹੀਂ, ਸਮੇਂ ਸਿਰ ਵਾਲੀ ਕੋਈ ਗੱਲ ਨਹੀਂ ਜੀ। ਐਕਚੁਅਲੀ ਕੀ ਹੁੰਦਾ, ਜਦੋਂ ਕੋਈ ਵੱਖਰੇ ਥਾਵਾਂ ਤੋਂ ਆਟਾ ਆਇਆ ਹੈ, ਕਿਸੇ ਦਾ ਆਟਾ ਸੱਜਰਾ ਸੀ, ਕਿਸੇ ਦਾ ਆਟਾ ਬਹੁਤ ਪੁਰਾਣਾ ਸੀਗਾ, ਇਹ ਹੋ ਸਕਦਾ ਕਿ ਕਿਸੇ ਨਾ ਕਿਸੇ ਦਾ ਆਟਾ ਇਹ ਪਹਿਲਾਂ ਹੀ ਖਰਾਬ ਆਇਆ ਹੋਵੇ ਤੇ ਅਸੀਂ ਤਾਂ ਸਾਰਾ ਇਕੱਠਾ ਕਰ ਲੈਂਦੇ ਸੀ ਨਾ, ਇਸ ਕਰਕੇ ਇਹ ਲਾਪਰਵਾਹੀ ਕਰਕੇ ਖਰਾਬ ਨਹੀਂ ਹੋਇਆ। ਤਾਂ ਲੱਗਦਾ ਨਹੀਂ ਪਸ਼ੂ ਨੂੰ ਪਾਉਂਦੇ, ਪਸ਼ੂਆਂ ਨੂੰ ਪਾ ਲੈਂਦੇ ਤਾਂ ਪਸ਼ੂ ਵੀ ਬਿਮਾਰ ਹੋ ਸਕਦੇ ਸੀਗੇ ਜੀ। ਹੁਣ ਇਹ ਇੰਨਾ ਖਰਾਬ ਹੋ ਚੁੱਕਿਆ ਸੀ। ਬਿਲਕੁਲ ਅਧਿਕਾਰੀ ਆਪਦਾ ਤਰਕ ਦੇ ਰਹੇ ਨੇ, ਕਹਿ ਰਹੇ ਨੇ ਕਿ ਇਹ ਰਾਸ਼ਨ ਹੈ ਜਿਹੜਾ, ਇਹ ਆਟਾ ਹੈ ਜਿਹੜਾ, ਇਹ ਇਹਨਾਂ ਨੂੰ ਇਕੱਠਾ ਕੀਤਾ ਗਿਆ ਸੀ, ਕਰੋਨਾ ਦੇ ਸਮੇਂ ਇਹ ਲੋਕਾਂ ਤੱਕ ਵੰਡਣਾ ਸੀਗਾ, ਪਰ ਕਿਤੇ ਨਾ ਕਿਤੇ ਜਾ ਕੇ ਅਧਿਕਾਰੀਆਂ ਦੀ, ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਸੀ, ਮੌਕੇ ਤੇ ਸਮੇਂ ਸਿਰ ਵੰਡਿਆ ਨਹੀਂ ਗਿਆ ਤੇ ਆਖਿਰਕਾਰ ਸੁਸਰੀ ਪੈਣ ਦੇ ਕਾਰਨ ਖਰਾਬ ਹੋ ਗਿਆ ਤੇ ਆਖਿਰਕਾਰ ਜ਼ਮੀਨ ਦੇ ਥੱਲੇ ਸਾਟੇ ਨੂੰ ਦਬਾ ਦਿੱਤਾ ਗਿਆ। ਕੈਮਰਾਮੈਨ ਰਜੇਸ਼ ਦੇ ਨਾਲ ਸੂਰਜ ਪਾਨ, ਨਿਊਜ਼ 18 ਬਠਿੰਡਾ। ਸੋ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਬਠਿੰਡਾ ਤੋਂ ਮੇਰੇ ਸਹਿਯੋਗੀ ਸੂਰਜ ਪਾਨ ਜੁੜੇ ਹੋਏ ਨੇ। ਜੀ ਸੂਰਜ, ਜਿਵੇਂ ਕਿ ਅਸੀਂ ਗੱਲਬਾਤ ਸੁਣ ਰਹੇ ਸੀ, ਅਧਿਕਾਰੀ ਚਾਹੇ ਕਿ ਸਰਕਾਰੀ ਰਾਸ਼ਨ ਇਹ ਇਨਕਾਰ ਕਰ ਰਹੇ ਨੇ ਕਿ ਸਰਕਾਰੀ ਰਾਸ਼ਨ ਨਹੀਂ ਹੈ, ਪਰ ਸਵਾਲ ਤਾਂ ਪੈਦਾ ਹੁੰਦੇ ਨੇ। ਉਹ ਰਾਸ਼ਨ, ਉਹ ਆਟਾ ਜਿਹੜਾ ਲੋੜਵੰਦਾਂ ਤੱਕ, ਗਰੀਬ ਲੋਕਾਂ ਤੱਕ ਪਹੁੰਚਣਾ ਸੀਗਾ, ਕਿਸੇ ਨੂੰ 2 ਵਕਤ ਦੀ ਰੋਟੀ ਸਾਟੇ ਦੇ ਨਾਲ ਮਿਲਣੀ ਸੀ, ਪਰ ਹੁਣ ਉਹ ਆਟਾ ਮਿੱਟੀ ਦੇ ਵਿੱਚ ਮਿਲ ਗਿਆ। ਵੱਡੀ ਅਣਗਹਿਲੀ ਆਪਣੇ ਆਪ ਦੇ ਵਿੱਚ ਕਹੀ ਜਾ ਸਕਦੀ ਹੈ ਪ੍ਰਸ਼ਾਸਨ ਦੀ, ਵਿਭਾਗ ਦੀ। ਹੁਣ ਤੱਕ ਕੀ ਕੁਝ ਨਿਕਲ ਕੇ ਸਾਹਮਣੇ ਆਇਆ? जी सूरज, मेरी आवाज सुन रहे तुसी? बिल्कुल सुन रही है जी सूरज, ਚਾਹੇ ਕਿ ਅਧਿਕਾਰੀ ਸਰਕਾਰੀ ਰਾਸ਼ਨ ਹੁਣ ਤੋਂ ਇਨਕਾਰ ਕਰ ਰਹੇ ਨੇ, ਪਰ ਸਵਾਲ ਤਾਂ ਪੈਦਾ ਹੁੰਦੇ ਨੇ ਕਿ ਜਿਹੜਾ ਰਾਸ਼ਨ, ਜਿਹੜਾ ਆਟਾ ਗਰੀਬਾਂ ਤੱਕ, ਲੋੜਵੰਦਾਂ ਤੱਕ ਪਹੁੰਚਣਾ ਸੀ, 2 ਵਕਤ ਦੀ ਰੋਟੀ ਨਸੀਬ ਹੋਣੀ ਸੀ, ਉਹ ਆਟਾ ਮਿੱਟੀ ਦੇ ਵਿੱਚ ਮਿਲ ਗਿਆ। ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਤੇ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲ ਤਾਂ ਖੜੇ ਹੁੰਦੇ ਨੇ ਨਾ। ਹੁਣ ਤੱਕ ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਕੀ ਤਰਕ ਦਿੱਤਾ ਜਾ ਰਿਹਾ ਵਿਭਾਗ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ? देखो परमिंदर, विभाग बेशक कोई भी तर्क देवे, पर जिस तरह से सानू सोर्सेस के हवाले तो खबर निकल के सामने आई सी कि आटा सरकारी है और सरकारी तौर पर इसनूं वंडना सीगा। हालांकि असीं अधिकारी तौर पर इसकी पुष्टि नहीं करते, पर सवाल खड़े उही हो रहे ने कि बेशक इन्हां लोकां ने जिहड़ा आटे नूं इकट्ठा कीता सी, पर जिम्मेवारी भी इन्हां दी बनदी सी कि इसनूं प्रॉपर सही जगह ते वंडिया जांदा। पर ना तो आटा वंडिया गया ते ना ही दस्सिया गया कि आखिरकार ये आटा खराब हो गया कि क्यों ना इस आटे नूं साफ सफाई करा के पशुओं नूं पाया जांदा, मच्छियां वास्ते भी पाया जा सकदा सीगा, होर भी तमाम चीज़ों से आटे का इस्तेमाल किया जाता है। पर किते ना किते जाके इन्होंने आपकी नाकामी छपाने मर ने सैकड़े बोरियां आटे दियां जमीन दे विच नप दित्तियां, पर जदों साफ सफाई उत्ते हो रही सी तो आटे दे बोरियां एक तो एक बाद निकलनियां शुरू हो गई। आखिरकार अधिकारी ने जिहड़े सफाई दे विच आए ने कह रहे हैं कि आटा असीं इकट्ठा कीता सी और लोड़वंदां नूं देना सी। हालांकि गलती जरूर मन रहे हैं कि समय सिर आटा जिन्हां तक जाना सी वो नहीं पहुंच सकिया। जी सूरज, जेकर गल की जाए जिवें तुसीं ग्राउंड जीरो तो पूरा जायजा लिया, किन्नी क मात्रा दे विच किन्नियां क बोरियां सन इस आटे दीयां जिहड़ा कि लोड़वंदां तक पहुंचना सी पर नहीं पहुंच सकिया? देखो अजे थोड़ा जिहा हिस्सा खोदिया सीगा मशीन दे नाल, जिस दे विच सैकड़े दे करीब बोरियां जिहड़ियां निकल गईयां सी, पर जदों मीडिया दा जवाबड़ा लग गया उत्ते कैमरे देखी तां अधिकारियां नूं भी हत्थां पैरां दी पै गई है। जे वाकई ही आटा उन्होंने इकट्ठा किया हुंदा, खुद उत्थे नप्पिया हुंदा तां उन्हां नूं दुबारे कट्टण च की हरज सीगा, पर कैमरे वेखदे होए दुबारे वो जिहड़ा पाड़ पाया सीगा वो पूरे का पूरा पूर दिता गया दुबारे ते उसी तरह जमीन नूं फिलहाल साफ कर दिता है। ठीक है सूरज, फिलहाल की पूरी जानकारी तुहाडा बहुत बहुत धन्यवाद। जिवें कि मेरे सहयोगी सूरज पान जानकारी दे रहे सन कि साडे सूत्र ये दसदे ने कि सरकारी राशन ही है। हालांकि अधिकारी इस गल तो इनकार कर रहे हैं, पर सवाल पैदा होने सुभाविक ने कि वो आटा जिहड़ा कि लॉकडाउन के दौरान लोड़वंदां गरीबां तक पहुंचना सीगा, किसी की भुख मिटनी सी, वो आटा मिट्टी दे विच मिला दिता गया, पूरी तरह खराब हो चुका है, जिस दे विच कीड़े तक चल चुके ने। सो इस करके प्रशासन नूं भी अपने वल झाकण दी, झाती मारन दी जरूरत है कि अजिही नौबत ना आवे। फिलहाल इत्थे रुक रहे छोटी जी ब्रेक लई, जल्द हाजिर होने इस ब्रेक तो बाद।